पंजाब के मुख मंत्री भगवंत सिंह मान विआह के बंधन विच बज गए ने। कल मुख मंत्री निवास के एक सादे प्रोग्राम दौरान उन्होंने डॉक्टर गुरप्रीत कौर दे नाल लावां लईआं। विआह दे विच कुड़ी ते मुंडे वाले पासियों 20 जणियां नूं ही बुलाया गया सी। सादा विआह सी पर शाही पकवान सन। अरविंद केजरीवाल ने पिता अते राघव चड्ढा ने भरा दीआं सारियां रस्मां निभाईआं। चारे पासिਆਂ ਤੋਂ लोक ते लीडर भगवंत मान नूं ਵਧਾਈਆਂ भेज रहे ने। ਭਾਰਤ ਦੇ ਵਿੱਚ ਹੁਣ ਤੱਕ ਖਾਣ ਪੀਣ ਦੀਆਂ ਖਾਸ ਵਸਤੂਆਂ ਤੇ ਅਨਾਜ ਆਦਿ ਨੂੰ GST ਤੋਂ ਬਾਹਰ ਰੱਖਿਆ ਗਿਆ ਸੀ। GST ਤੋਂ ਛੋਟ ਸੀ, ਯਾਨੀ ਕਿ ਟੈਕਸ ਨਹੀਂ ਦੇਣਾ ਪੈਂਦਾ ਸੀ। ਪਰ ਹੁਣ ਪ੍ਰੀ ਪੈਕਡ ਅਤੇ ਪ੍ਰੀ ਲੇਬਲ ਵਸਤੂਆਂ ਨੂੰ GST ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਇਸ ਤੇ ਵਪਾਰੀਆਂ ਦੀ ਜਥੇਬੰਦੀ ਕਨਫੈਡਰੇਸ਼ਨ ਆਫ ਆਲ ਇੰਡੀਅਨ ਟ੍ਰੇਡਰਸ ਯਾਨੀ ਕਿ ਕੈਟ ਤੇ ਹੋਰ ਖੁਰਾਕੀ ਜਥੇਬੰਦੀਆਂ ਨੇ ਕਿਹਾ ਕਿ GST ਵੱਲੋਂ ਅਨਾਜ, ਮੱਖਣ, ਦਹੀਂ ਤੇ ਲੱਸੀ ਆਦਿ ਵਸਤੂਆਂ ਨੂੰ 5% ਟੈਕਸ ਸਲੈਬ ਦੇ ਘੇਰੇ ਵਿੱਚ ਲਿਆਉਣ ਲਈ ਦੇਸ਼ ਦੇ ਸਾਰੇ ਸੂਬਿਆਂ ਦੇ ਵਿੱਤ ਮੰਤਰੀ ਵੀ ਸਿੱਧੇ ਤੌਰ ਤੇ ਜ਼ਿੰਮੇਦਾਰ ਨੇ, ਕਿਉਂਕਿ GST ਕੌਂਸਲ ਦੇ ਵੱਲੋਂ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਗਿਆ ਹੈ। ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਹੈ ਜਿਸ ਦੇ ਵਿੱਚ ਸਾਰੇ ਸੂਬਿਆਂ ਦੇ ਵਿੱਤ ਮੰਤਰੀ ਵੀ ਸ਼ਾਮਲ ਸਨ ਤੇ ਇਸ ਫੈਸਲੇ ਦੇ ਨਾਲ ਛੋਟੇ ਉਤਪਾਦਕਾਂ ਤੇ ਵਪਾਰੀਆਂ ਦੇ ਖਿਲਾਫ ਖੜੇ ਵੱਡੇ ਬ੍ਰਾਂਡਾਂ ਦੇ ਕਾਰੋਬਾਰ ਦੇ ਵਿੱਚ ਵੱਡਾ ਵਾਧਾ ਹੋਵੇਗਾ ਤੇ ਸਰਕਾਰ ਦੀ ਤੈਅ ਨੀਤੀ ਹੈ ਕਿ ਵੱਡੇ ਕਾਰੋਬਾਰੀਆਂ ਨੂੰ, ਵੱਡੇ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ, ਛੋਟਿਆਂ ਨੂੰ ਮਾਰਿਆ ਜਾ ਰਿਹਾ ਹੈ। ਇਸ ਫੈਸਲੇ ਤੋਂ ਬਾਅਦ ਕੈਟ ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਮੰਗ ਕੀਤੀ ਹੈ ਕਿ ਫਿਲਹਾਲ ਇਸ ਲੋਕ ਮਾਰੂ ਫੈਸਲੇ ਨੂੰ ਲਾਗੂ ਨਾ ਕੀਤਾ ਜਾਵੇ। ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਸੰਬੰਧਿਤ ਵਪਾਰੀਆਂ ਦੇ ਨਾਲ ਚਰਚਾ ਕੀਤੀ ਜਾਵੇ ਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਲ ਗੱਲ ਕਰਨ ਦਾ ਕਹਿੰਦੇ ਇਹਨਾਂ ਨੂੰ ਭਰੋਸਾ ਵੀ ਦਿੱਤਾ ਹੈ ਤੇ ਛੇਤੀ ਕੈਟ ਦਾ ਵਫਦ ਇਸ ਮੁੱਦੇ ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਵਣਜ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਵੀ ਕਰੇਗਾ। ਲੁਧਿਆਣਾ ਤੋਂ ਖਬਰ ਹੈ ਜਿੱਥੇ ਜਬਰ ਜਨਾਹ ਮਾਮਲੇ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਦੇ ਭਰਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਕਰਮਜੀਤ ਸਿੰਘ ਬੈਂਸ ਨੂੰ 4 ਦਿਨਾਂ ਪੁਲਿਸ ਰਿਮਾਂਡ ਖਤਮ ਹੋਣ ਤੇ ਕੱਲ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਰਮਜੀਤ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਹਾਲਾਂਕਿ ਪੀੜਤ ਪੱਖ ਨੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ ਤੇ ਪਤਾ ਲੱਗਿਆ ਕਿ ਹਾਲੇ ਤੱਕ ਮੁਲਜ਼ਮ ਨੇ ਕਿਸੇ ਵੀ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਫੋਨ ਰਿਕਵਰ ਕਰਨਾ ਵੀ ਬਾਕੀ ਹੈ। PA ਸੁਖਚੈਨ ਸਿੰਘ ਤੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਅੱਜ ਇਸ ਦਾ ਵੀ ਪੁਲਿਸ ਰਿਮਾਂਡ ਖਤਮ ਹੋ ਜਾਏਗਾ। ਪਰ ਹਾਲੇ ਤੱਕ ਪੁਲਿਸ ਨੂੰ ਨਹੀਂ ਪਤਾ ਲੱਗਿਆ ਕਿ ਮੁੱਖ ਮੁਲਜ਼ਮ ਸਿਮਰਜੀਤ ਸਿੰਘ ਬੈਂਸ ਕਿੱਥੇ ਹੈ। ਮਾਨਸਾ ਤੋਂ ਖਬਰ ਹੈ ਜਿੱਥੇ ਜ਼ਿਲ੍ਹਾ ਜੇਲ੍ਹ ਦੇ ਵਿੱਚ ਕੈਦੀ ਤੇ ਪੁਲਿਸ ਮੁਲਾਜ਼ਮਾਂ ਦੇ ਵਿੱਚ ਝੜਪ ਹੋ ਗਈ। ਕੈਦੀ ਨੂੰ ਜ਼ਖਮੀ ਹਾਲਤ ਵਿੱਚ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜੇਲ੍ਹ ਦੇ ਸੁਪਰਡੈਂਟ ਅਮਰਿੰਦਰਪਾਲ ਸਿੰਘ ਭੱਟੀ ਨੇ ਦੱਸਿਆ ਕਿ 2020 ਤੋਂ ਕਤਲ ਦੇ ਇੱਕ ਦੋਸ਼ ਹੇਠ ਜੇਲ੍ਹ 'ਚ ਬੰਦ ਗੁਰਪ੍ਰਕਾਸ਼ ਸਿੰਘ ਦੇ ਵੱਲੋਂ ਹੋਰਨਾਂ ਕੈਦੀਆਂ ਨਾਲ ਰਲ ਕੇ ਜੇਲ੍ਹ ਦੇ ਮੁਲਾਜ਼ਮ ਜਗਦੇਵ ਸਿੰਘ ਤੇ ਹਮਲਾ ਕੀਤਾ ਗਿਆ। ਖਿੱਚ-ਧੂ ਵਿੱਚ ਜਗਦੇਵ ਦੀ ਵਰਦੀ ਫਟ ਗਈ ਤੇ ਉਸ ਨੂੰ ਜ਼ਮੀਨ ਤੇ ਸੁੱਟਿਆ ਗਿਆ। ਜੇਲ੍ਹ ਦੇ ਹੋਰਨਾਂ ਮੁਲਾਜ਼ਮਾਂ ਨੇ ਵਿੱਚ ਪੈ ਕੇ ਮੁਲਾਜ਼ਮ ਜਗਦੇਵ ਸਿੰਘ ਨੂੰ ਛਡਵਾਇਆ। ਉਸਨੇ ਦੋਸ਼ ਲਾਇਆ ਕਿ ਗੁਰਪ੍ਰਕਾਸ਼ ਸਿੰਘ ਨੇ ਖੁਦ ਨੂੰ ਸੱਟਾ ਮਾਰ ਕੇ ਜ਼ਖਮੀ ਕੀਤਾ ਹੈ। ਉਸ ਨੂੰ ਪੁਲਿਸ ਨੇ ਕੁਝ ਨਹੀਂ ਕਿਹਾ, ਜਦਕਿ ਹਸਪਤਾਲ 'ਚ ਜ਼ੇਰੇ ਇਲਾਜ ਗੁਰਪ੍ਰਕਾਸ਼ ਸਿੰਘ ਨੇ ਦੋਸ਼ ਲਾਇਆ ਕਿ ਉਸ ਨੂੰ ਅੱਧੀ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਕੁੱਟਿਆ ਹੈ। ਪਹਿਲਾਂ ਕਹਿੰਦੇ ਉਸ ਨੂੰ ਗਾਲਾਂ ਕੱਢੀਆਂ ਗਈਆਂ ਤੇ ਫਿਰ ਡੰਡਿਆਂ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਇਸ ਗੱਲ ਤੋਂ ਕੋਈ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੁਲਿਸ ਤਾਂ ਚੰਗੇ ਭਲੇ ਬੰਦੇ ਨੂੰ ਵੀ ਕੁੱਟ ਕੇ ਹੀ ਗੱਲਾਂ ਪੁੱਛਦੀ ਹੈ ਤੇ ਇੱਥੇ ਤਾਂ ਪੁਲਿਸ ਮੁਲਾਜ਼ਮ ਨੂੰ ਜੇ ਇਸ ਕੈਦੀ ਨੇ ਸੁੱਟ ਦਿੱਤਾ ਸੀ, ਉਹਦੀ ਵਰਦੀ ਪਾੜ ਦਿੱਤੀ ਸੀ ਤਾਂ ਉਹਦਾ ਕੀ ਹਾਲ ਕੀਤਾ ਹੋਊ, ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ। ਮੱਤੇਵਾੜਾ ਜੰਗਲ ਤੇ ਸਤਲੁਜ ਦਰਿਆ ਦੇ ਵਿਚਾਲੇ ਲੱਗਣ ਵਾਲੇ ਇੰਡਸਟਰੀਅਲ ਪਾਰਕ ਦੀ ਤਜਵੀਜ਼ ਜਾਰੀ ਕਰਨ ਨੂੰ ਲੈ ਕੇ ਸੂਬਾ ਸਰਕਾਰ ਜਿੱਥੇ ਘਿਰੀ ਹੋਈ ਹੈ ਉੱਥੇ ਹੀ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹੈ ਵਾਤਾਵਰਣ ਨੂੰ ਬਚਾਉਣ ਦੇ ਲਈ। ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਦੇ ਲਈ 1.25 ਲੱਖ ਫਲਦਾਰ ਬੂਟੇ ਲਾਉਣ ਦਾ ਸਰਕਾਰ ਨੇ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦੀ ਮੁਹਿੰਮ ਆਉਂਦੀ 15 ਜੁਲਾਈ ਨੂੰ ਪੂਰੇ ਸੂਬੇ 'ਚ ਸ਼ੁਰੂ ਹੋ ਜਾਏਗੀ। ਪਹਿਲੇ ਪੜਾਅ 'ਚ 1.25 ਲੱਖ ਤੋਂ ਵੱਧ ਫਲਦਾਰ ਬੂਟੇ ਸਰਕਾਰੀ ਸਕੂਲਾਂ ਦੇ ਵਿੱਚ ਲਾਏ ਜਾਣਗੇ। ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਇਸ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਇਸ ਮੁਹਿੰਮ ਦੇ ਅਗਲੇ ਪੜਾਅ 'ਚ ਸੂਬੇ ਦੇ ਵਿੱਚ ਵਗਦੇ ਸੂਇਆਂ, ਸੇਮ ਨਾਲਿਆਂ ਤੇ ਸੜਕਾਂ ਦੇ ਨਾਲ-ਨਾਲ ਵੀ ਫਲਦਾਰ ਬੂਟੇ ਲਾਏ ਜਾਣਗੇ। ਪੰਜਾਬ ਦੇ ਵਿੱਚ ਬੱਸਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਦੀਆਂ ਪਰੇਸ਼ਾਨੀਆਂ ਫਿਰ ਵਧਣ ਵਾਲੀਆਂ ਨੇ ਕਿਉਂਕਿ ਕੱਚੇ ਬੱਸ ਕਾਮਿਆਂ ਨੇ ਗੇਟ ਰੈਲੀਆਂ ਕਰਨ ਦਾ ਐਲਾਨ ਕਰ ਦਿੱਤਾ ਹੈ। ਪਨਬੱਸ ਤੇ PRTC ਦੇ ਕੱਚੇ ਮੁਲਾਜ਼ਮਾਂ ਦੀ ਜਥੇਬੰਦੀ ਵੱਲੋਂ ਆਪਣੀਆਂ ਮੰਗਾਂ ਵੱਲ ਸਰਕਾਰ ਦਾ ਧਿਆਨ ਦਿਵਾਉਣ ਦੇ ਉਦੇਸ਼ ਨਾਲ ਇਹਨਾਂ ਰੈਲੀਆਂ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਨਬੱਸ ਤੇ PRTC ਦੇ ਕੱਚੇ ਮੁਲਾਜ਼ਮ ਆਪਣੀਆਂ ਨੌਕਰੀਆਂ ਰੈਗੂਲਰ ਕਰਵਾਉਣ, ਬਰਾਬਰ ਕੰਮ ਬਰਾਬਰ ਤਨਖਾਹ ਦੀ ਨੀਤੀ ਲਾਗੂ ਕਰਵਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ। ਪਿਛਲੀ ਸਰਕਾਰ ਜਦੋਂ ਹੁੰਦੀ ਸੀ ਉਦੋਂ ਤੋਂ ਸੰਘਰਸ਼ ਕਰ ਰਹੇ ਨੇ ਪਰ ਮੰਗਾਂ ਪੂਰੀਆਂ ਤਾਂ ਕੀ ਕਰਨੀਆਂ, ਸਗੋਂ ਸਰਕਾਰ ਤਨਖਾਹਾਂ ਵੀ ਸਮੇਂ ਸਿਰ ਖਾਤਿਆਂ 'ਚ ਨਹੀਂ ਪਾ ਰਹੀ।
ਉਹਨਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਮੁਲਾਜ਼ਮਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਤਾਨਾਸ਼ਾਹੀ ਫਰਮਾਨ ਵੀ ਜਾਰੀ ਕਰ ਰਹੀ ਹੈ ਕਿ ਹੜਤਾਲ ਕਰਨ ਵਾਲਿਆਂ ਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ। ਹੁਣ ਕੱਲ ਨੂੰ ਇਹਨਾਂ ਸਾਰਿਆਂ ਦੀ 9 ਜੁਲਾਈ ਨੂੰ ਲੁਧਿਆਣਾ ਦੇ ਵਿੱਚ ਸੂਬਾ ਪੱਧਰੀ ਮੀਟਿੰਗ ਹੋਵੇਗੀ ਅਤੇ ਮੰਗਾਂ ਨੂੰ ਲੈ ਕੇ ਅਗਲੀ ਰਣਨੀਤੀ ਬਣਾਈ ਜਾਵੇਗੀ। ਸਰਕਾਰ ਤੇ ਮੈਨੇਜਮੈਂਟ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ 11 ਜੁਲਾਈ ਨੂੰ ਇਹਨਾਂ ਦੇ ਵੱਲੋਂ ਗੇਟ ਰੈਲੀਆਂ ਕੀਤੀਆਂ ਜਾਣਗੀਆਂ। ਜ਼ਿਲ੍ਹਾ ਪਠਾਨਕੋਟ ਦੇ ਪਿੰਡ ਨੌਸ਼ਹਿਰਾ ਨਲਬੰਦਾ ਦੇ ਫੌਜੀ ਜਵਾਨ ਮਨਿੰਦਰ ਸਿੰਘ ਦੀ ਮ੍ਰਿਤਕ ਦੇ ਕੱਲ ਪਿੰਡ ਪਹੁੰਚ ਗਈ ਹੈ। ਮਨਿੰਦਰ ਸਿੰਘ ਉਸੇ ਦਿਨ ਹੀ ਛੁੱਟੀ ਕੱਟ ਕੇ ਵਾਪਸ ਡਿਊਟੀ ਤੇ ਜਾ ਰਿਹਾ ਸੀ ਤੇ ਰਾਹ ਦੇ ਵਿੱਚ ਹਾਦਸੇ ਵਿੱਚ ਇਸ ਫੌਜੀ ਜਵਾਨ ਦੀ ਮੌਤ ਹੋ ਗਈ। ਸਾਰਾ ਪਿੰਡ ਇਸ ਵਕਤ ਵੱਡੇ ਸੋਗ ਦੀ ਲਹਿਰ ਵਿੱਚ ਹੈ। ਪਿੰਡ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਸੁੱਖਾ ਦੇ ਦੱਸਣ ਮੁਤਾਬਿਕ ਮਨਿੰਦਰ ਸਿੰਘ 2 ਸਾਲ ਪਹਿਲਾਂ ਹੀ ਫੌਜ ਦੀ 307 ਮੀਡੀਅਮ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਇਸ ਵਕਤ ਅਰੁਣਾਚਲ ਪ੍ਰਦੇਸ਼ ਵਿੱਚ ਤਾਇਨਾਤ ਸੀ। ਪਿਛਲੇ ਦਿਨੀ ਛੁੱਟੀ ਆਇਆ ਹੋਇਆ ਸੀ ਤੇ ਕੱਲ ਹੀ ਆਪਣੀ ਯੂਨਿਟ 'ਚ ਵਾਪਸ ਜਾ ਰਿਹਾ ਸੀ। ਮਨਿੰਦਰ ਆਪਣੇ ਘਰ ਤੋਂ ਮੋਟਰਸਾਈਕਲ ਤੇ ਤੁਰਿਆ ਤਾਂ ਮੂਹਰੇ ਉਸਨੇ ਦਸੂਹਾ ਨੇੜਲੇ ਪਿੰਡ ਟੇਰਕਿਆਨਾ ਵਿੱਚ ਆਪਣੀ ਭੂਆ ਦੇ ਘਰ ਮੋਟਰਸਾਈਕਲ ਖੜਾ ਕੇ ਅਰੁਣਾਚਲ ਪ੍ਰਦੇਸ਼ ਲਈ ਰਵਾਨਾ ਹੋਣਾ ਸੀ, ਪਰ ਮੁਕੇਰੀਆਂ ਨੇੜੇ ਉਸਦਾ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ। ਮਨਿੰਦਰ ਗੰਭੀਰ ਜ਼ਖਮੀ ਹੋ ਗਿਆ, ਹਸਪਤਾਲ ਦਾਖਲ ਕਰਵਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ। ਮਨਿੰਦਰ 2 ਭੈਣਾਂ ਦਾ ਕੱਲਾ ਭਰਾ ਸੀ। ਇਸ ਮੌਕੇ ਫੌਜੀ ਟੁਕੜੀ ਨੇ ਮਾਤਮੀ ਧੁਨ ਵਿੱਚ ਹਵਾਈ ਫਾਇਰ ਕੀਤੇ ਅੰਤਿਮ ਸਲਾਮੀ ਦਿੱਤੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਕੀਰਤਪੁਰ ਸਾਹਿਬ ਦੇ ਪ੍ਰਸਿੱਧ ਧਾਰਮਿਕ ਸਥਾਨ ਦਰਗਾਹ ਬਾਬਾ ਬੁੱਢਨ ਸ਼ਾਹ ਦੇ ਪ੍ਰਬੰਧਾਂ ਦੀ ਦੇਖਰੇਖ ਕੀਤੀ ਜਾਵੇ। ਇਸ ਸੰਬੰਧੀ ਡੀਸੀ ਦੀ ਅਗਵਾਈ ਵਿੱਚ ਕਮੇਟੀ ਬਣਾ ਕੇ ਫੌਰੀ ਤੌਰ ਤੇ ਇਸ ਥਾਂ ਦੇ ਪ੍ਰਬੰਧ ਪ੍ਰਸ਼ਾਸਨ ਹਵਾਲੇ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ। ਦਰਅਸਲ ਇੱਥੇ ਚੜ੍ਹਨ ਵਾਲੇ ਚੜਾਵੇ ਨੂੰ ਲੈ ਕੇ ਇੱਕ ਪਰਿਵਾਰ ਦੀ ਆਪਸੀ ਲੜਾਈ ਚੱਲ ਰਹੀ ਸੀ। ਬਾਬਾ ਬੁੱਢਨ ਸ਼ਾਹ ਦੀ ਖਾਨਗਾਹ ਜੋ ਦਰਗਾਹ ਪੀਰ ਬਾਬਾ ਬੁੱਢਨ ਸ਼ਾਹ ਦੇ ਨਾਮ ਨਾਲ ਪ੍ਰਸਿੱਧ ਹੈ, ਇੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚਦੇ ਨੇ ਤੇ ਇਸ ਚੜਾਵੇ ਨੂੰ ਲੈ ਕੇ ਜਦੋਂ ਮਾਮਲਾ ਅਦਾਲਤ ਦੇ ਵਿੱਚ ਪਹੁੰਚਿਆ ਤਾਂ ਅਦਾਲਤ ਨੇ ਇਹ ਤਾਜ਼ਾ ਫੈਸਲਾ ਸੁਣਾਇਆ ਹੈ। ਮੁੱਦਈ ਇਮਰਾਨ ਖਾਨ ਇਸ ਮਸਲੇ ਨੂੰ ਅਦਾਲਤ ਦੇ ਵਿੱਚ ਲੈ ਕੇ ਗਏ ਨੇ। ਉਹਨਾਂ ਦੇ ਮੁਤਾਬਿਕ ਪੀਰ ਬਾਬਾ ਬੁੱਢਨ ਸ਼ਾਹ ਦੇ ਸਥਾਨ ਦਾ ਪ੍ਰਬੰਧ ਉਸਦੇ ਸਵਰਗਵਾਸੀ ਦਾਦੇ ਤੇ ਪਿਤਾ ਵੱਲੋਂ ਕੀਤਾ ਜਾਂਦਾ ਸੀ, ਜਿਸ ਕਰਕੇ ਇੱਥੇ ਚੜਾਵੇ ਤੇ ਉਹਨਾਂ ਦਾ ਹੱਕ ਬਣਦਾ ਹੈ, ਪਰ ਹੁਣ ਸਾਰੇ ਪ੍ਰਬੰਧ ਡੀਸੀ ਵੱਲੋਂ ਕੀਤੇ ਜਾਣਗੇ। ਬਰਤਾਨੀਆ ਤੋਂ ਇੰਗਲੈਂਡ ਤੋਂ ਖਬਰ ਦੱਸ ਦਿੰਦੇ ਹਾਂ, ਵੱਡੀ ਖਬਰ ਹੈ ਕਿਉਂਕਿ ਇੱਥੋਂ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਅਸਤੀਫਾ ਦੇ ਦਿੱਤਾ ਪਰ ਨਵੇਂ ਲੀਡਰ ਦੀ ਚੋਣ ਤੱਕ ਪ੍ਰਧਾਨ ਮੰਤਰੀ ਅਹੁਦੇ ਤੇ ਬਣੇ ਰਹਿਣਗੇ। ਸ਼ਾਇਦ ਅਕਤੂਬਰ ਤੱਕ ਨਵੇਂ ਲੀਡਰ ਦੀ ਚੋਣ ਹੋਏਗੀ। ਅਸਤੀਫਾ ਦਿੰਦਿਆਂ ਬੋਰਿਸ ਜੌਨਸਨ ਨੇ ਦੁਨੀਆ ਦੀ ਸਭ ਤੋਂ ਵਧੀਆ ਨੌਕਰੀ ਛੱਡਣ ਦਾ ਅਫਸੋਸ ਵੀ ਜਤਾਇਆ ਤੇ ਹੁਣ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਜ਼ਹਾਵੀ ਸੁਨਕ, ਪ੍ਰੀਤੀ ਪਟੇਲ ਤੇ ਜਾਵੇਦ ਸਣੇ ਕਈ ਲੀਡਰ ਸ਼ਾਮਲ ਨੇ। ਦਰਅਸਲ ਇੱਕ ਤੋਂ ਬਾਅਦ ਇੱਕ ਘੁਟਾਲੇ ਇੱਥੇ ਸਾਹਮਣੇ ਆਉਣ ਤੋਂ ਬਾਅਦ ਕਈ ਮੰਤਰੀ ਅਸਤੀਫੇ ਦੇ ਕੇ ਜੌਨਸਨ ਦਾ ਸਾਥ ਛੱਡ ਗਏ ਸੀ। ਇਸ ਕਰਕੇ ਬੋਰਿਸ ਜੌਨਸਨ ਨੂੰ ਅਸਤੀਫਾ ਦੇਣਾ ਹੀ ਪੈਣਾ ਸੀ ਤੇ ਹੁਣ ਜੌਨਸਨ ਦੀ ਥਾਂ ਸਰਕਾਰ ਸਾਂਭਣ ਦੇ ਲਈ ਨਵੇਂ ਲੀਡਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਆਪਣੀ ਸਰਕਾਰੀ ਰਿਹਾਇਸ਼ ਦੇ ਬਾਹਰ ਅਸਤੀਫੇ ਦਾ ਐਲਾਨ ਕਰਦਿਆਂ ਜੌਨਸਨ ਨੇ ਆਪਣੀ ਪਾਰਟੀ ਦੀ ਝੁੰਡ ਵਾਲੀ ਪ੍ਰਵਿਰਤੀ ਸਿਰ ਆਪਣੇ ਅਸਤੀਫੇ ਦਾ ਦੋਸ਼ ਮੜਿਆ। ਭਾਰਤ ਨੇ ਬੋਰਿਸ ਜੌਨਸਨ ਦੇ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵਜੋਂ ਅਸਤੀਫਾ ਦੇਣ ਦੇ ਐਲਾਨ ਨੂੰ ਯੂਕੇ ਦਾ ਅੰਦਰੂਨੀ ਮਸਲਾ ਕਰਾਰ ਦਿੱਤਾ। ਅਸਤੀਫਾ ਦੇਣ ਮੌਕੇ 6 ਮਿੰਟਾਂ ਦੀ ਤਕਰੀਰ ਪੜ੍ਹਦਿਆਂ ਬੋਰਿਸ ਜੌਨਸਨ ਭਾਵੁਕ ਵੀ ਹੋਏ। ਉਹਨਾਂ ਕਿਹਾ ਕਿ ਹੁਣ ਇਹ ਸਾਫ਼ ਹੋ ਗਿਆ ਕਿ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਨਵਾਂ ਲੀਡਰ ਤੇ ਨਵਾਂ ਪ੍ਰਧਾਨ ਮੰਤਰੀ ਚਾਹੁੰਦੇ ਨੇ। ਮੈਂ ਸਾਰੇ ਸੰਸਦ ਮੈਂਬਰਾਂ ਦੇ ਚੇਅਰਮੈਨ ਸਰ ਗ੍ਰਾਮ ਬ੍ਰੈਡੀ ਦੇ ਨਾਲ ਇਸ ਗੱਲੋਂ ਸਹਿਮਤ ਹਾਂ ਕਿ ਨਵੇਂ ਲੀਡਰ ਦੀ ਚੋਣ ਲਈ ਅਮਲ ਸ਼ੁਰੂ ਹੋਣਾ ਚਾਹੀਦਾ ਹੈ। ਇਸ ਲਈ ਸਮਾਂ ਸਾਰਣੀ ਅਗਲੇ ਹਫ਼ਤੇ ਐਲਾਨ ਦਿੱਤੀ ਜਾਵੇਗੀ। ਜਦੋਂ ਤੱਕ ਨਵੇਂ ਲੀਡਰ ਦੀ ਚੋਣ ਨਹੀਂ ਹੁੰਦੀ ਮੈਂ ਕੰਮ ਕਰਦਾ ਰਹਾਂਗਾ। ਇਸ ਦੇ ਲਈ ਕਹਿੰਦੇ ਮੈਂ ਕੈਬਨਿਟ ਵੀ ਨਿਯੁਕਤ ਕਰ ਦਿੱਤੀ ਹੈ। ਜੌਨਸਨ ਨੇ 2019 ਦੀਆਂ ਆਮ ਚੋਣਾਂ ਦੇ ਵਿੱਚ ਮਿਲੇ ਬੇਮਿਸਾਲ ਬਹੁਮਤ ਨੂੰ ਵੀ ਯਾਦ ਕੀਤਾ। ਉਹਨਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਮੈਂ ਪਿਛਲੇ ਕੁਝ ਦਿਨਾਂ ਦੌਰਾਨ ਆਪਣਾ ਪੂਰਾ ਤਾਣ ਲਾ ਕੇ ਲੜਿਆ ਤਾਂ ਉਸ ਬਹੁਮਤ ਦੇ ਲਈ ਖਰਾ ਉਤਰ ਸਕਾਂ। ਉਹਨਾਂ ਕਿਹਾ ਕਿ 2019 ਵਿੱਚ ਅਸੀਂ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕਰਨ ਦੇ ਲਈ ਇਹ ਮੇਰਾ ਕੰਮ, ਮੇਰਾ ਫਰਜ਼ ਤੇ ਮੇਰੀ ਜ਼ਿੰਮੇਵਾਰੀ ਸੀ। ਜੌਨਸਨ ਨੇ ਵੀ ਦੱਸਿਆ ਕਿ ਮੈਂ ਆਪਣੇ ਸਾਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਇੰਨੇ ਵੱਡੇ ਬਹੁਮਤ ਨਾਲ ਬਣੀਆਂ ਸਰਕਾਰਾਂ ਨੂੰ ਬਦਲਣਾ ਗਲਤ ਹੈ। ਸੋ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਅਸਤੀਫੇ ਦੇ ਨਾਲ ਹੁਣ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਲੀਡਰਸ਼ਿਪ ਦੀ ਲੜਾਈ ਛਿੜਨ ਦੇ ਵੀ ਆਸਾਰ ਬਣ ਗਏ ਨੇ।